ਤਾਂ ਆਪਾਂ ਕੀ ਪੜ੍ਹ ਰਹੇ ਸੀਗੇ? ਮਗਧ ਮਹਾਜਨਪਦ। ਮਗਧ ਮਹਾਜਨਪਦ ਦੇ ਵਿੱਚ ਕਿਹਨੂੰ ਪੜ੍ਹ ਰਹੇ ਸੀ? ਨੰਦ ਵੰਸ਼ ਨੂੰ ਪੜ੍ਹ ਰਹੇ ਸੀ। ਹੁਣ ਜਿਵੇਂ ਕਿ ਪਹਿਲਾਂ ਆਪਾਂ ਦੋ ਵੰਸ਼ ਪੜ੍ਹੇ ਨੇ, ਕਿਹੜੇ ਕਿਹੜੇ? ਹਰਿਅੰਕ ਵੰਸ਼ ਤੇ ਉਸ ਤੋਂ ਬਾਅਦ ਸ਼ਿਸ਼ੁਨਾਗ ਵੰਸ਼। ਉਸ ਤੋਂ ਬਾਅਦ ਹੁਣ ਅਸੀਂ ਪੜ੍ਹ ਰਹੇ ਸੀ ਨੰਦ ਵੰਸ਼। ਤਾਂ ਜਿਵੇਂ ਹੀ ਨੰਦ ਵੰਸ਼ ਦੀ ਸ਼ੁਰੂਆਤ ਆਉਂਦੀ ਹੈ ਤਾਂ ਮਹਾਪਦਮ ਨੰਦ ਤੋਂ ਬਾਅਦ ਦੂਸਰਾ ਰਾਜਾ ਕੌਣ ਬਣਦਾ ਹੈ? ਧਨਾਨੰਦ। ਤਾਂ ਧਨਾਨੰਦ ਦੇ ਸਮੇਂ ਹੁਣ ਕੀ ਸੀਗਾ? ਵਿਦੇਸ਼ੀਆਂ ਨੇ ਆਣਾ ਸ਼ੁਰੂ ਕਰ ਲਿਆ ਸੀ। ਤਾਂ ਸਾਡੇ ਕੋਲ ਕਿਹੜੇ ਵਿਦੇਸ਼ੀ ਆਏ ਉਸ ਸਮੇਂ? ਅਲੈਗਜ਼ੈਂਡਰ ਨਿਕੇਟਸ। ਕਿੱਥੋਂ ਦਾ ਸੀ ਇਹ ਮੱਧ ਏਸ਼ੀਆ ਤੋਂ, ਮੈਕਡੂਨੀਆ ਦਾ ਸੀਗਾ। ਠੀਕ ਹੈ, ਮੈਕਡੂਨੀਆ ਦੇ ਵਿੱਚ ਇਹਦਾ ਜਨਮ ਹੈ ਜਿਹੜਾ 356 BC ਦੇ ਵਿੱਚ ਹੋਇਆ ਸੀ। ਤਾਂ ਇਹ ਕੀ ਹੈ, ਉੱਥੋਂ ਇਹ ਆਪਣੀਆਂ ਫੌਜਾਂ ਨੂੰ ਲੈ ਕੇ ਹੁਣ ਕੀ ਹੈ, ਪੂਰੀ ਦੁਨੀਆ ਨੂੰ ਜਿੱਤਦਾ ਹੋਇਆ ਭਾਰਤ ਵੱਲ ਨੂੰ ਵੱਧ ਰਿਹਾ ਸੀ। ਤਾਂ ਜਦੋਂ ਭਾਰਤ ਵੱਲ ਨੂੰ ਵਧਿਆ ਤਾਂ ਪਹਿਲਾਂ ਇਹ ਕਿੱਥੇ ਆਇਆ? ਤਕਸ਼ਿਲਾ ਦੇ ਕੋਲ। ਤਕਸ਼ਿਲਾ ਦਾ ਰਾਜਾ ਕੌਣ ਸੀ? ਆਂਬੇਕ, ਜਿਹਨੂੰ ਅੰਬੀ ਵੀ ਕਿਹਾ ਜਾਂਦਾ ਹੈ। ਉਹ ਇਹ ਤੇ ਡਰ ਤੋਂ ਬਿਨਾਂ ਲੜੇ ਹੀ ਅਧੀਨਤਾ ਸਵੀਕਾਰ ਕਰ ਲੈਂਦਾ ਹੈ। ਤੇ ਉਸ ਤੋਂ ਬਾਅਦ ਫਿਰ ਇਹ ਸਿੰਧੂ ਨਦੀ ਨੂੰ ਪਾਰ ਕਰਕੇ ਹੁਣ ਪੰਜਾਬ ਵੱਲ ਨੂੰ ਅੱਗੇ ਵੱਧਦਾ ਹੈ। ਤਾਂ ਜਿਹਲਮ ਨਦੀ ਤੇ ਪੰਜਾਬ ਜਿਹੜਾ ਸਿੰਧ ਪ੍ਰਾਂਤ ਹੈ, ਉੱਥੋਂ ਦਾ ਰਾਜਾ ਸੀ ਪੋਰਸ। ਪੋਰਸ ਇਹਦਾ ਬੜਾ ਹੀ ਡਟ ਕੇ ਮੁਕਾਬਲਾ ਕਰਦਾ ਹੈ। ਤਾਂ ਸਿਕੰਦਰ ਤੇ ਪੋਰਸ ਦੀ ਜਿਹੜੀ ਲੜਾਈ ਹੈ ਉਹ ਕਿੱਥੇ ਹੁੰਦੀ ਹੈ? ਜਿਹਲਮ ਨਦੀ ਦੇ ਤੱਟ ਤੇ, ਜਿਨ੍ਹਾਂ ਨੂੰ ਯੂਨਾਨੀਆਂ ਨੇ ਹਾਈਡੈਸਪਸ ਦਾ ਨਾਮ ਵੀ ਦਿੱਤਾ। ਜਿਹਲਮ ਨਦੀ ਨੂੰ ਕਿਹਦਾ ਨਾਮ ਦਿੱਤਾ? ਹਾਈਡੈਸਪਸ ਦਾ। ਠੀਕ ਹੈ, ਤਾਂ ਇੱਥੇ ਸਿਕੰਦਰ ਤੇ ਪੋਰਸ ਦੀ ਜਿਹੜੀ ਲੜਾਈ ਹੈ ਬੜੀ ਭਿਅੰਕਰ ਯੁੱਧ ਹੁੰਦਾ ਹੈ 326 BC ਦੇ ਵਿੱਚ। ਪਰ ਉੱਥੇ ਪੋਰਸ ਬਹਾਦਰੀ ਦੇ ਨਾਲ ਬੇਸ਼ੱਕ ਲੜਿਆ ਪਰ ਫਿਰ ਵੀ ਹਾਰ ਗਿਆ। ਪਰ ਸਿਕੰਦਰ ਨੇ ਉਸਦੀ ਬਹਾਦਰੀ ਨੂੰ ਦੇਖਦੇ ਹੋਏ ਉਸਨੂੰ ਕੀ ਹੈ, ਛੋੜ ਦਿੱਤਾ ਤੇ ਉਸ ਤੋਂ ਇੰਨਾ ਵਾਅਦਾ ਲਿਆ ਕਿ ਅੱਗੇ ਅਸੀਂ ਜੋ ਵੀ ਜੰਗ ਕਰਾਂਗੇ ਉਹਦੇ ਵਿੱਚ ਤੈਨੂੰ ਸਾਡਾ ਸਾਥ ਦੇਣਾ ਪਊ। ਆਖਿਰ ਪੋਰਸ ਚਾਹੇ ਬੇਸ਼ੱਕ ਬਹਾਦਰੀ ਨਾਲ ਲੜਿਆ ਪਰ ਹੁਣ ਉਹ ਹਾਰ ਤਾਂ ਗਿਆ ਹੀ ਸੀ, ਉਹਨੂੰ ਇਹਦੀ ਇਹ ਗੱਲ ਮੰਨਣੀ ਹੀ ਪੈਣੀ ਸੀ। ਤਾਂ ਹੁਣ ਜਿਹੜਾ ਸਿਕੰਦਰ ਸੀ ਉਹ ਆਂਬੀਕ ਤੇ ਪੋਰਸ ਦੀ ਮਦਦ ਨਾਲ ਹੁਣ ਅੱਗੇ ਨੂੰ ਵਧਣ ਲੱਗਿਆ। ਆਪਣੀਆਂ ਫੌਜਾਂ ਲੈ ਕੇ ਜਦੋਂ ਉਹ ਮਗਧ ਵੱਲ ਨੂੰ ਵੱਧਦਾ ਹੈ ਤਾਂ ਮਗਧ ਦੇ ਵਿੱਚ ਕੌਣ ਰਾਜ ਕਰ ਰਿਹਾ ਹੈ? ਨੰਦ ਵੰਸ਼ ਦਾ ਧਨਾਨੰਦ। ਧਨਾਨੰਦ ਦੇ ਬਾਰੇ ਚ ਆਪਾਂ ਦੱਸ ਚੁੱਕੇ ਸੀ ਵੀ ਜਿਹੜਾ ਧਨਾਨੰਦ ਸੀ ਉਹ ਕੀ ਸੀ? ਬਹੁਤ ਹੀ ਸ਼ਰਾਬੀ ਸੀ, ਘਮੰਡੀ ਸੀ, ਪੈਸੇ ਨਾਲ ਬਹੁਤ ਮੋਹ ਸੀ, ਜਨਤਾ ਨੂੰ ਬਹੁਤ ਜ਼ਿਆਦਾ ਨਫ਼ਰਤ ਕਰਦੀ ਸੀ। ਹਾਲਾਂਕਿ ਉਹਦੇ ਕੋਲ ਬੇਸ਼ੁਮਾਰ ਸੈਨਿਕ, ਹਾਥੀ, ਰੱਥ, ਘੋੜੇ ਸੀਗੇ, ਬਟ ਫਿਰ ਵੀ ਪ੍ਰਜਾ ਉਹਦਾ ਸਾਥ ਨਹੀਂ ਦਿੰਦੀ ਸੀ, ਕਿਉਂਕਿ ਉਹਨੇ ਪ੍ਰਜਾ ਤੇ ਲੱਗਣ ਵਾਲਾ ਜਿਹੜਾ ਟੈਕਸ ਸੀਗਾ ਉਹ ਬਹੁਤ ਜ਼ਿਆਦਾ ਵਧਾ ਦਿੱਤਾ ਸੀ, ਜਿਸ ਕਰਕੇ ਜਿਹੜੀ ਉਹਦੀ ਰਾਜ ਦੀ ਪ੍ਰਜਾ ਸੀ ਉਹਦੇ ਤੋਂ ਨਫ਼ਰਤ ਕਰਦੀ ਸੀ। ਤਾਂ ਇੰਨੀ ਸਿਚੁਏਸ਼ਨ ਹੁਣ ਸਾਨੂੰ ਮਗਧ ਦੀ ਸਮਝ ਆ ਗਈ ਕਿ ਮਗਧ ਦੇ ਜਿਹੜੇ ਹਾਲਾਤ ਸੀ ਪ੍ਰਜਾ ਉਹਦੇ ਅਗੇਂਸਟ ਸੀ। ਹੁਣ ਦੂਸਰੀ ਸਾਈਡ ਤੋਂ ਕੀ ਹੈ, ਅਲੈਗਜ਼ੈਂਡਰ ਅੰਦਰ ਆਉਣ ਦੀ ਕੋਸ਼ਿਸ਼ ਕਰਦਾ ਹੈ ਮਗਧ ਦੇ ਵਿੱਚ। ਤਾਂ ਹੁਣ ਇਸ ਗੱਲ ਦੀ ਜਿਹੜੀ ਸੂਚਨਾ ਹੈ ਉਹ ਕੀ ਹੈ, ਉੱਥੋਂ ਦਾ ਇੱਕ ਮਹਾਨ ਵਿਅਕਤੀ ਚਾਣਕਿਆ, ਜਿਸਨੂੰ ਵਿਸ਼ਨੂਗੁਪਤ ਜਾਂ ਕੌਟਲਿਆ ਵੀ ਕਿਹਾ ਗਿਆ, ਉਹ ਮਗਧ ਦੇ ਰਾਜ ਧਨਾਨੰਦ ਨੂੰ ਆ ਕੇ ਦੱਸਦਾ ਹੈ ਕਿ ਮਹਾਰਾਜ ਆਪਣੇ ਰਾਜ ਦੇ ਵਿੱਚ ਹੁਣ ਇੱਕ ਹਮਲਾ ਬੋਲਣ ਲਈ ਆ ਗਿਆ। ਕੌਣ ਆ ਗਿਆ? ਅਲੈਗਜ਼ੈਂਡਰ ਨਿਕੇਟਸ, ਜਿਸਨੂੰ ਸਿਕੰਦਰ ਵੀ ਕਿਹਾ ਗਿਆ। ਪਰ ਇਸ ਗੱਲ ਦਾ ਉਹ ਯਕੀਨ ਨਹੀਂ ਕਰਦਾ ਤੇ ਉਹਦਾ ਮਜ਼ਾਕ ਉਡਾਉਂਦੇ ਹੋਏ ਉਸਨੂੰ ਆਪਣੇ ਰਾਜ ਤੋਂ ਬੇਇੱਜ਼ਤ ਕਰਦਾ ਹੋਇਆ ਬਾਹਰ ਨਿਕਾਲ ਦਿੰਦਾ ਹੈ। ਇਸ ਗੱਲ ਤੇ ਚਾਣਕਿਆ ਕੌਟਲਿਆ ਵਿਸ਼ਨੂਗੁਪਤ ਨੂੰ ਬਹੁਤ ਹੀ ਗੁੱਸਾ ਆਉਂਦਾ ਹੈ ਤੇ ਉਹ ਪ੍ਰਣ ਲੈਂਦਾ ਹੈ ਕਿ ਜਦ ਤੱਕ ਮੈਂ ਇਸਨੂੰ ਇਸ ਦੇ ਰਾਜ ਪਦ ਤੋਂ ਉਤਾਰ ਨਾ ਦੇਵਾਂ, ਮੈਂ ਆਪਣੀ ਸ਼ਿਖਾ ਜਿਹੜੀ ਮੇਰੀ ਚੋਟੀ ਰੱਖੀ ਹੋਈ ਹੈ, ਪਿੱਛੇ ਚੋਟੀ ਰੱਖਦੇ ਨੇ ਉਹ ਜਿਹੜੇ ਵਿਦਵਾਨ ਹੁੰਦੇ ਨੇ, ਤੇ ਉਹ ਉਦੋਂ ਤੱਕ ਮੈਂ ਇਸ ਚੋਟੀ ਨੂੰ ਕਟਵਾਵਾਂਗਾ ਨਹੀਂ। ਠੀਕ ਹੈ, ਤਾਂ ਇੱਥੋਂ ਤੱਕ ਸਟੋਰੀ ਸਮਝ ਆ ਗਈ। ਹੁਣ ਉਹ ਕੀ ਹੈ, ਹੁਣ ਉਹ ਆਪਣਾ ਪ੍ਰਣ ਪੂਰਾ ਕਰਨ ਦੀ ਸੋਚਦਾ ਹੈ। ਤਾਂ ਜਿਹੜਾ ਚਾਣਕਿਆ ਕੌਟਲਿਆ ਹੁੰਦਾ ਉਹ ਤਕਸ਼ਿਲਾ ਦੇ ਵਿੱਚ ਕੀ ਹੈ, ਇੱਕ ਅਧਿਆਪਕ ਹੁੰਦਾ ਹੈ। ਉੱਥੇ ਉਹਦਾ ਸ਼ਿਸ਼ ਬਹੁਤ ਹੀ ਯੋਗ ਸ਼ਿਸ਼ ਹੁੰਦਾ ਹੈ, ਚੰਦਰਗੁਪਤ ਮੌਰਿਆ। ਤਾਂ ਹੁਣ ਉਹ ਚੰਦਰਗੁਪਤ ਮੌਰਿਆ ਨੂੰ ਸਾਰੀਆਂ ਸਿੱਖਿਆਵਾਂ ਦਿੰਦਾ ਹੈ ਜਿਸ ਤਰੀਕੇ ਨਾਲ ਕਿ ਉਹ ਇਹਨਾਂ ਦਾ ਸਾਹਮਣਾ ਕਰ ਸਕਣ। ਹੁਣ ਆਪਾਂ ਜਾਣਦੇ ਹਾਂ ਕਿ ਧਨਾਨੰਦ ਨੂੰ ਉਹ ਕਿਸ ਤਰ੍ਹਾਂ ਹਰਾਉਂਦੇ ਨੇ ਤੇ ਸਿਕੰਦਰ ਦੀਆਂ ਫੌਜਾਂ ਨੂੰ ਕਿਸ ਤਰ੍ਹਾਂ ਵਾਪਸ ਭੇਜਦੇ ਨੇ। ਕੌਣ? ਚਾਣਕਿਆ ਤੇ ਚੰਦਰਗੁਪਤ ਮੌਰਿਆ। ਹੁਣ ਆਪਾਂ ਇਹਨਾਂ ਦੇ ਬਾਰੇ ਚ ਜਾਣਦੇ ਹਾਂ। ਠੀਕ ਹੈ, ਤਾਂ ਆਪਾਂ ਪਹਿਲਾਂ ਦੇਖ ਲੈਂਦੇ ਹਾਂ ਆਪਾਂ ਪੜ੍ਹ ਕੀ ਰਹੇ ਹਾਂ। ਆਪਾਂ ਮਗਧ ਮਹਾਜਨਪਦ ਨੂੰ ਪੜ੍ਹ ਰਹੇ ਹਾਂ। ਮਗਧ ਮਹਾਜਨਪਦ, ਮਗਧ ਮਹਾਜਨਪਦ ਦੇ ਵਿੱਚ ਠੀਕ ਹੈ ਕਿੰਨੇ ਰਾਜੇ ਵੰਸ਼ਾਂ ਨੇ ਰਾਜ ਕਰਿਆ? 7। ਸਭ ਤੋਂ ਪਹਿਲਾਂ ਕਿਹੜਾ ਸੀ ਸਾਡੇ ਕੋਲ? ਹਰਿਅੰਕ ਵੰਸ਼। ਹਰਿਅੰਕ ਤੋਂ ਬਾਅਦ ਫਿਰ ਸਾਡੇ ਕੋਲ ਆਇਆ ਸ਼ਿਸ਼ੁਨਾਗ ਵੰਸ਼। ਠੀਕ ਹੈ, ਸ਼ਿਸ਼ੁਨਾਗ ਤੋਂ ਬਾਅਦ ਫਿਰ ਸਾਡੇ ਕੋਲ ਕਿਹੜਾ ਵੰਸ਼ ਚੱਲ ਰਿਹਾ ਹੁਣ? ਨੰਦ ਵੰਸ਼। ਠੀਕ ਹੈ ਜੀ, ਸ਼ਿਸ਼ੁਨਾਗ ਤੋਂ ਬਾਅਦ ਨੰਦ ਵੰਸ਼। ਹੁਣ ਜਦੋਂ ਇੱਥੇ ਨੰਦ ਵੰਸ਼ ਚੱਲ ਰਿਹਾ ਹੈ
ਤਾਂ ਮੱਧ ਏਸ਼ੀਆ ਤੋਂ ਹੁਣ ਇਸ ਸਮੇਂ ਹਮਲੇ ਹੋਣੇ ਸ਼ੁਰੂ ਹੁੰਦੇ ਨੇ। ਤਾਂ ਮੱਧ ਏਸ਼ੀਆ ਤੋਂ ਕੌਣ ਆਉਂਦਾ ਹੈ ਸਾਡੇ ਕੋਲ? ਅਲੈਗਜ਼ੈਂਡਰ ਨਿਕੇਟਸ, ਜਿਹਨੂੰ ਅਸੀਂ ਸਿਕੰਦਰ ਦੇ ਨਾਮ ਨਾਲ ਵੀ ਜਾਣਦੇ ਹਾਂ। ਇਸ ਦਾ ਜਨਮ ਨਹੀਂ ਭੁੱਲਣਾ, ਪੇਪਰ ਦੇ ਵਿੱਚ ਸਵਾਲ ਆਇਆ ਹੋਇਆ। 356 BC ਦਾ ਇਹਦਾ ਜਨਮ ਹੈ। ਕਿੱਥੋਂ ਦਾ? ਮੈਕਡੂਨੀਆ ਦਾ। ਠੀਕ ਹੈ, ਤਾਂ ਇਹ ਹੁਣ ਕੀ ਕਰਦਾ ਹੈ, ਜਿਹੜਾ ਭਾਰਤ ਹੈ ਸਾਡਾ, ਭਾਰਤ ਦੇ ਵਿੱਚ ਕੀ ਹੈ, ਐਂਟਰ ਹੋਣ ਦੀ ਕੋਸ਼ਿਸ਼ ਕਰਦਾ। ਤਕਸ਼ੀਲਾ ਦੇ ਉੱਪਰ ਇਹਨੇ ਕਾਬੂ ਕਰ ਲਿਆ, ਫਿਰ ਇੱਥੋਂ ਉਹ ਸਿੰਧ ਦੇ ਵਿੱਚ ਵੀ ਆ ਗਿਆ। ਠੀਕ ਹੈ, ਤੇ ਹੁਣ ਉਹ ਮਗਧ ਦੇ ਰਾਜ ਵਿੱਚ ਐਂਟਰ ਕਰਨਾ ਚਾਹੁੰਦਾ ਹੈ। ਤਾਂ ਇੱਥੋਂ ਦਾ ਹੁਣ ਜਿਹੜਾ ਰਾਜਾ ਇਸ ਸਮੇਂ ਕੌਣ ਚੱਲ ਰਿਹਾ ਹੈ? ਧਨਾਨੰਦ, ਜਿਹਨੂੰ ਧਨਨੰਦ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਹੁਣ ਇਹ ਕੋਈ ਯੋਗਿਆ ਰਾਜਾ ਤਾਂ ਹੈ ਨਹੀਂ, ਔਰ ਬਹੁਤ ਹੀ ਘਮੰਡੀ ਹੈ ਤੇ दारू ਪੀ ਕੇ ਬੈਠਾ ਰਹਿਣਾ, ਤਾਂ ਇਹਨੂੰ ਕੋਈ ਮਤਲਬ ਨਹੀਂ, ਇਹਨੂੰ ਲੱਗਦਾ ਕਿ ਕੌਣ ਹੈ ਟੁਚੂ ਪੁਚੂ, ਹੈ ਨਾ, ਆਊਗਾ ਚਲਾ ਜਾਊਗਾ, ਮੈਨੂੰ ਕੀ ਫਰਕ। ਠੀਕ ਹੈ, ਪਰ ਇਹ ਘਮੰਡੀ ਜਿਹੜਾ ਇਹਦਾ ਘਮੰਡ ਸੀ ਉਹੀ ਇਹਨੂੰ ਹੁਣ ਲੈ ਕੇ ਡੋਬੂਗਾ। ਕਿਵੇਂ? ਕਿਉਂਕਿ ਇਹਨੇ ਜਿਹੜਾ ਕੌਟਲਿਆ ਸੀ, ਕੌਟਲਿਆ ਦੀ ਕੀ ਕੀਤੀ ਸੀ? ਬੇਇੱਜ਼ਤੀ ਕੀਤੀ ਸੀ। ਹੁਣ ਕੌਟਲਿਆ ਜਿਹੜਾ ਉਹ ਕੀ ਹੈ? ਚੰਦਰਗੁਪਤ ਮੌਰਿਆ ਨਾਲ ਮਿਲ ਕੇ, ਚੰਦਰਗੁਪਤ ਮੌਰਿਆ ਨਾਲ ਮਿਲ ਕੇ ਹੁਣ ਕੀ ਹੈ? ਇਹਦਾ ਖਾਤਮਾ ਕਰਨਗੇ। ਤਾਂ ਹੁਣ ਜਿਹੜਾ ਕੌਟਲਿਆ ਸੀ ਉਹ ਬਹੁਤ ਜ਼ਿਆਦਾ ਕੀ ਹੈ? ਚਲਾਕ ਸੀਗਾ। ਤਾਂ ਉਹ ਆਪਣੇ ਸ਼ਿਸ਼ਯ ਨੂੰ ਇਹ ਨਹੀਂ ਦੱਸਦਾ ਕਿ ਇਹਨੇ ਪਹਿਲਾਂ ਮੇਰੀ ਬੇਇੱਜ਼ਤੀ ਕਰੀ ਹੈ, ਧਨਾਨੰਦ ਨੇ। ਤਾਂ ਉਹ ਸਕੀਮ ਲਗਾਉਂਦਾ ਕਿ ਪਹਿਲਾਂ ਜਿਹੜੀਆਂ ਅਲੈਗਜ਼ੈਂਡਰ ਦੀਆਂ ਫੋਰਸਿਸ ਆ ਰਹੀਆਂ ਨੇ, ਉਹਨਾਂ ਦੀਆਂ ਜਿਹੜੀਆਂ ਫੌਜਾਂ ਸਾਡੇ ਕੰਨੀ ਨੂੰ ਆ ਰਹੀਆਂ ਨੇ, ਪਹਿਲਾਂ ਇਹਨਾਂ ਨੂੰ ਕਿਸੇ ਤਰੀਕੇ ਵਾਪਸ ਭੇਜਿਆ ਜਾਵੇ ਤੇ ਉਸ ਤੋਂ ਬਾਅਦ ਫਿਰ ਮੈਂ ਧਨਾਨੰਦ ਨੂੰ ਸੰਭਾਲੂੰਗਾ। ਠੀਕ ਹੈ, ਕਿਉਂਕਿ ਇਹਦਾ ਖਾਸ ਸ਼ਿਸ਼ਯ ਹੈ। ਜਦੋਂ ਸ਼ਿਸ਼ਯ ਨੂੰ ਪਤਾ ਲੱਗੇ ਕਿ ਮੇਰੇ ਕਿਸੇ ਉਸਦੇ ਗੁਰੂ ਦੀ ਕਿਸੇ ਨੇ ਬੇਇੱਜ਼ਤੀ ਕਰੀ ਹੈ, ਤਾਂ ਸ਼ਿਸ਼ਯ ਤੋਂ ਬਰਦਾਸ਼ਤ ਨਹੀਂ ਹੋਏਗੀ। ਤਾਂ ਉਹ ਸਭ ਤੋਂ ਪਹਿਲਾਂ ਕਿਹਦੇ ਵੱਲ ਭੱਜੂਗਾ? ਧਨਾਨੰਦ ਵੱਲ। ਤਾਂ ਜੇ ਉਹਨੇ ਆਪਣੀ ਸਾਰੀ ਸਮਰੱਥਾ ਧਨਾਨੰਦ ਵੱਲ ਹੀ ਲਾਤੀ ਤਾਂ ਫਾਇਦਾ ਕੀ ਹੈ? ਧਨਾਨੰਦ ਤੋਂ ਤਾਂ ਲੈ ਲਿਆ ਬੇਸ਼ੱਕ ਬਦਲਾ, ਇੱਥੇ ਚੰਦਰਗੁਪਤ ਮੌਰਿਆ ਆ ਗਿਆ ਧਨਾਨੰਦ ਦੀ ਜਗ੍ਹਾ, ਪਰ ਚੰਦਰਗੁਪਤ ਮੌਰਿਆ ਤਾਂ ਫਿਰ ਮੁਸੀਬਤ ਚ ਰਹੂ, ਕਿਉਂਕਿ ਇਧਰੋਂ ਫੌਜਾਂ ਨੇ ਹਮਲਾ ਬੋਲ ਦੇਣਾ। ਤਾਂ ਚੰਦਰਗੁਪਤ ਮੌਰਿਆ ਤਾਂ ਫਿਰ ਜਿੰਨੀ એનર્ਜੀ ਸੀ ਸਾਰੀ ਇੱਥੇ ਲਾ ਚੁੱਕਿਆ, ਤਾਂ ਐਟ ਦਾ ਐਂਡ ਜਿੱਤ ਫਿਰ ਕਿਹਦੀ ਹੋਗੀ? ਸਿਕੰਦਰ ਦੀ। ਤਾਂ ਇਸ ਕਰਕੇ ਕੌਟਲਿਆ ਦਿਮਾਗ ਲਗਾਉਂਦਾ ਹੈ ਕਿ ਧਨਾਨੰਦ ਨੂੰ ਫਿਰ ਦੇਖਾਂਗੇ, ਪਹਿਲਾਂ ਆਪਾਂ ਕੀ ਹੈ? ਸਿਕੰਦਰ ਦੀਆਂ ਫੌਜਾਂ ਨੂੰ ਸੰਭਾਲਦੇ ਹਾਂ। ਤਾਂ ਫਿਰ ਹੁਣ ਜਿਹੜਾ ਕੌਟਲਿਆ ਤੇ ਚੰਦਰਗੁਪਤ ਨੇ ਉਹ ਸਕੀਮ ਬਣਾਉਂਦੇ ਨੇ ਇੱਥੇ ਬਿਆਸ ਨਦੀ ਤੇ। ਠੀਕ ਹੈ, ਕਿਹੜੀ ਨਦੀ ਹੈ ਇਹ? ਬਿਆਸ ਨਦੀ। ਬਿਆਸ ਨਦੀ ਨੂੰ ਉਹ ਇਹਨੂੰ ਪਾਰ ਨਹੀਂ ਕਰਨ ਦਿੰਦੇ। ਹੁਣ ਉਹ ਪਾਰ ਕਿਉਂ ਨਹੀਂ ਕਰਨ ਦਿੰਦੇ? ਉਹ ਜਿਹੜੀਆਂ ਸਕੀਮਾਂ ਇਹਨਾਂ ਦੇ ਖਿਲਾਫ ਬਣਾਈਆਂ ਹੁੰਦੀਆਂ ਨੇ ਉਹ ਕੀ ਹੋ ਜਾਂਦੀਆਂ ਨੇ? ਸਕਸੈਸ ਹੋ ਜਾਂਦੀਆਂ ਨੇ, ਤੇ ਅੰਤ ਜਿਹੜਾ ਹੈ ਅਲੈਗਜ਼ੈਂਡਰ ਨਿਕੇਟਸ ਹੈ, ਸਿਕੰਦਰ, ਉਹਨੂੰ ਆਪਣੀ ਫੌਜਾਂ ਨੂੰ ਵਾਪਸ ਲੈ ਕੇ ਜਾਣਾ ਪੈਂਦਾ। ਹੁਣ ਇਸ ਹਾਰ ਦੇ ਕਈ ਕਾਰਨ ਨੇ। ਉਹ ਕਿਹੜੇ ਨੇ? ਪਹਿਲਾ ਕਾਰਨ ਤੇ ਉਸ ਸਮੇਂ ਜਿਸ ਸਮੇਂ ਇਹ ਜੰਗ ਹੋ ਰਹੀ ਸੀ, ਫੌਜਾਂ ਵੱਧ ਰਹੀਆਂ ਸੀਗੀਆਂ, ਉਸ ਸਮੇਂ ਬਿਆਸ ਨਦੀ ਦਾ ਜਿਹੜਾ ਪਾਣੀ ਹੈ ਕਹਿੰਦੇ ਉਹ ਬਹੁਤ ਜ਼ਿਆਦਾ ਉਤਾਂਹ ਨੂੰ ਚੜ ਗਿਆ ਸੀ, ਜੋ ਕਿ ਫੌਜਾਂ ਦੇ ਲਈ ਪਾਰ ਕਰਨਾ ਬਹੁਤ ਹੀ ਮੁਸ਼ਕਿਲ ਸੀ। ਇੱਕ ਕਾਰਨ ਤਾਂ ਇਹ ਹੈ। ਦੂਸਰਾ ਕਾਰਨ ਕਿ ਜਿਹੜੀਆਂ ਸਿਕੰਦਰ ਦੀਆਂ ਫੌਜਾਂ ਸੀ ਉਹ ਪਿਛਲੇ 7 ਸਾਲ ਤੋਂ ਲਗਾਤਾਰ ਯੁੱਧ ਦੇ ਵਿੱਚ ਹੀ ਵਿਅਸਤ ਸੀ। ਹੁਣ ਉਹ ਫੌਜਾਂ ਇੰਨੀਆਂ ਕੁ ਥੱਕ ਚੁੱਕੀਆਂ ਸੀਗੀਆਂ ਕਿ ਉਹ ਖੁਦ ਹੀ ਜਵਾਬ ਦੇ ਰਹੀਆਂ ਸੀ ਸਿਕੰਦਰ ਨੂੰ ਕਿ ਹੁਣ ਬਸ ਕਰ, ਸਾਡੇ ਬਸ ਦੀ ਹੁਣ ਅੱਗੇ ਗੱਲ ਨਹੀਂ ਹੈ, ਸਾਨੂੰ ਹੁਣ ਰੈਸਟ ਚਾਹੀਦਾ ਹੈ ਭਾਈ, ਸਾਨੂੰ ਵੀ ਹੁਣ ਵਾਪਸ ਜਾਣ ਦੇ। ਜਿਹੜੇ ਮੇਰੇ ਛੋਟੇ ਛੋਟੇ ਬੱਚੇ ਨੇ ਉਹ ਵੀ ਹੁਣ ਕੀ ਨੇ? ਵੱਡੇ ਹੋ ਗਏ ਨੇ। ਜਦੋਂ ਅਸੀਂ ਘਰ ਵਾਪਸ ਜਾਣਾ, ਹੋ ਸਕਦਾ ਕਿ ਸਾਡੀਆਂ ਪਤਨੀਆਂ, ਸਾਡੇ ਬੱਚੇ ਸਾਨੂੰ, ਸਮਝ ਰਹੇ ਹੋ? ਠੀਕ ਹੈ, ਤਾਂ ਇਸ ਕਰਕੇ ਫੌਜਾਂ ਦੇ ਕਹੇ ਤੇ ਵੀ ਫਿਰ ਉਹਨੂੰ ਕੀ ਹੈ? ਵਾਪਸ ਜਾਣਾ ਪਿਆ। ਤੇ ਤੀਸਰਾ ਜਿਹੜਾ ਕਾਰਨ ਹੈ ਉਹ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਚੰਦਰਗੁਪਤ ਮੌਰਿਆ ਤੇ ਕੌਟਲਿਆ ਨੇ ਮਿਲ ਕੇ ਇਹ ਬਿਆਸ ਦੇ ਇਸ ਪਾਸੇ ਵੱਲ ਅਫਵਾਹ ਫੈਲਾਈ ਸੀ ਕਿ ਇੱਥੇ ਕੋਈ ਨਾ ਕੋਈ ਮਹਾਮਾਰੀ ਫੈਲ ਗਈ ਹੈ। ਤੇ ਇਸ ਖਬਰ ਦੀ ਜਦੋਂ ਪਤਾ ਇੱਧਰ ਦੀਆਂ ਅਲੈਗਜ਼ੈਂਡਰ ਦੀਆਂ ਫੌਜਾਂ ਨੂੰ ਲੱਗਦਾ ਹੈ, ਤਾਂ ਅਲੈਗਜ਼ੈਂਡਰ ਕੁਝ ਬੰਦਿਆਂ ਨੂੰ, ਆਪਣੀ ਫੌਜੀ ਸੈਨਾ ਨੂੰ ਬਿਆਸ ਨਦੀ ਦੇ ਉਸ ਪਾਰ ਭੇਜਦਾ ਹੈ ਕਿ ਤੁਸੀਂ ਦੇਖ ਕੇ ਆਓ। ਜਦੋਂ ਉਹ ਉੱਥੇ ਦੇਖਣ ਜਾਂਦੇ ਨੇ, ਤਾਂ ਉਹ ਜਦੋਂ ਉੱਥੇ ਰਹਿੰਦੇ ਨੇ ਥੋੜੇ ਜਿਹੇ ਦਿਨ, ਤਾਂ ਇੱਥੇ ਜਿਹੜਾ ਉਹ ਖਾਣ ਪਾਨ ਕਰਦੇ ਨੇ, ਉਹ ਕੌਟਲਿਆ ਉਹਨਾਂ ਦੇ ਖਾਣ ਪਾਨ ਦੇ ਵਿੱਚ ਕੀ ਹੈ? ਜ਼ਹਿਰ ਮਿਲਾ ਦਿੰਦਾ। ਕਹਿੰਦੇ ਜਨਕਿਆਂ ਨੂੰ ਜ਼ਹਿਰ ਦੀ ਇੰਨੀ ਜਾਣਕਾਰੀ ਸੀ ਕਿ ਕਿਸ ਬੰਦੇ ਨੂੰ ਕਦੋਂ ਮਾਰਨਾ ਉਸ ਹਿਸਾਬ ਦਾ ਉਹ ਜ਼ਹਿਰ ਦਿੰਦਾ ਸੀ। ਜਿਵੇਂ ਮੈਂ ਕਹਾਂ ਕਿ ਉਸ ਬੰਦੇ ਦੀ ਮੌਤ ਹੈ ਜਿਹੜੀ 1 ਹਫ਼ਤੇ ਬਾਅਦ ਹੋਵੇ, ਤੁਹਾਨੂੰ ਇੱਦਾਂ ਦਾ ਜ਼ਹਿਰ ਦਿੱਤਾ ਜਾਂਦਾ ਸੀ ਕਿ ਉਹ ਹੌਲੀ ਹੌਲੀ ਅਸਰ ਕਰਦਾ ਸੀ ਤੇ ਅੰਤ 1 ਹਫ਼ਤੇ ਬਾਅਦ ਉਹਦੀ
ਡੈਥ ਹੋ ਜਾਂਦੀ ਸੀ, ਮੌਤ ਹੋ ਜਾਂਦੀ ਸੀ। ਤਾਂ ਕੌਟਲਿਆ ਨੇ ਵੀ ਏਦਾਂ ਹੀ ਕੀਤਾ, ਉਹਨਾਂ ਨੂੰ ਐਸਾ ਜ਼ਹਿਰ ਦਿੱਤਾ ਜਿਹੜਾ ਕਿ ਕੁਛ ਦਿਨਾਂ ਬਾਅਦ ਉਹਨਾਂ ਦੀ ਮੌਤ ਦਾ ਕਾਰਨ ਬਣ ਜਾਵੇ। ਤਾਂ ਜਦੋਂ ਉਹ ਇੱਥੇ ਰਹਿ ਕੇ ਉੱਧਰ ਗਏ ਤਾਂ ਉਹਨਾਂ ਨੇ ਦੱਸਿਆ ਕਿ ਇੱਧਰ ਵੀ ਕੋਈ ਨਾ ਕੋਈ ਤਾਂ ਬਿਮਾਰੀ ਹੈ, ਪਰ ਜਦੋਂ ਇੱਧਰ ਪਹੁੰਚੇ ਤਾਂ ਉਹਨਾਂ ਦੀ ਵੀ ਕੀ ਹੋ ਗਈ, ਮ੍ਰਿਤੂ ਹੋ ਗਈ। ਤਾਂ ਬਾਕੀ ਜਿਹੜੀਆਂ ਫੌਜਾਂ ਸੀ ਉਹਨਾਂ ਨੂੰ ਵੀ ਕੀ ਵਹਿਮ ਹੋ ਗਿਆ ਕਿ ਵਾਕਈ ਬਿਆਸ ਦੇ ਦੂਸਰੀ ਪਾਰ ਕੋਈ ਨਾ ਕੋਈ ਮਹਾਮਾਰੀ ਫੈਲੀ ਹੋਈ ਹੈ। ਤਾਂ ਫੌਜਾਂ ਖੁਦ ਸਿਕੰਦਰ ਦੇ ਹੱਕ ਵਿੱਚ ਨਾ ਹੋ ਕੇ ਉਹਨਾਂ ਨੂੰ ਕਹਿਣ ਲੱਗੀਆਂ ਕਿ ਅਸੀਂ ਹੁਣ ਵਾਪਿਸ ਚੱਲਦੇ ਹਾਂ। ਤਾਂ ਇਸ ਤਰੀਕੇ ਨਾਲ ਕੌਟਲਿਆ ਚੰਦਰਗੁਪਤ ਮੌਰਿਆ ਦੀ ਮਦਦ ਨਾਲ ਮਿਲ ਕੇ ਦੋਨੋਂ ਜਣੇ ਅਲੈਗਜ਼ੈਂਡਰ ਨਿਕੇਟਸ ਦੀਆਂ ਫੌਜਾਂ ਨੂੰ ਵਾਪਿਸ ਭੇਜ ਦਿੰਦੇ ਨੇ। ਠੀਕ ਹੈ, ਹੁਣ ਸਿਕੰਦਰ ਕੋਲ ਦੋ ਤਰ੍ਹਾਂ ਦੀਆਂ ਫੌਜਾਂ ਸੀਗੀਆਂ। ਕਿਹੜੀਆਂ ਕਿਹੜੀਆਂ ਫੌਜਾਂ ਸੀ? ਇਧਰ ਸਾਈਡ ਸਿਕੰਦਰ, ਠੀਕ ਹੈ, ਸਿਕੰਦਰ ਦੇ ਕੋਲ ਜਿਹੜੀਆਂ ਫੌਜਾਂ ਸੀਗੀਆਂ, ਇੱਕ ਤਾਂ ਜਲ ਸੈਨਾ ਸੀ, ਫੌਜਾਂ ਦੋ ਤਰ੍ਹਾਂ ਦੀਆਂ ਫੌਜਾਂ ਸੀ। ਕਿਹੜੀਆਂ ਕਿਹੜੀਆਂ? ਜਿਹੜੀਆਂ ਤਾਂ ਜਲ ਸੈਨਾ ਸੀ, ਇੱਕ ਤਾਂ ਜਲ ਸੈਨਾ ਸੀ ਤੇ ਇੱਕ ਦੂਸਰੀ ਕਿਹੜੀ ਸੀ? ਥਲ ਸੈਨਾ ਸੀ। ਠੀਕ ਹੈ, ਥਲ ਸੈਨਾ। ਤਾਂ ਹੁਣ ਜਦੋਂ ਨੇ ਵਾਪਿਸ ਗਈਆਂ, ਠੀਕ ਹੈ, ਤਾਂ ਜਿਹੜੀਆਂ ਸਿਕੰਦਰ ਦੀਆਂ ਜਲ ਸੈਨਾ ਸੀ ਉਹ ਕੀ ਹੈ, ਇੱਥੋਂ ਨੇ ਵਾਪਿਸ ਭੇਜ ਦਿੱਤੀ ਹੈ। ਜਦੋਂ ਸਿਕੰਦਰ ਨੇ ਆਰਡਰ ਦਿੱਤਾ ਕਿ ਚਲੋ ਵੀ ਹੁਣ ਵਾਪਿਸ ਆਪਾਂ ਚੱਲਦੇ ਹਾਂ, ਆਪਾਂ ਬਿਆਸ ਨਦੀ ਨੂੰ ਨਹੀਂ ਪਾਰ ਕਰਨਾ। ਠੀਕ ਹੈ, ਤਾਂ ਜਲ ਸੈਨਾ ਦਾ ਜਿਹੜਾ ਅਧਿਕਸ਼ ਹੈ, ਹੈਡ, ਉਸ ਸਮੇਂ ਕੌਣ ਹੁੰਦਾ ਹੈ? ਨਿਆਰਕਸ। ਠੀਕ ਹੈ, ਨਿਆਰਕਸ। ਠੀਕ ਹੈ, ਤਾਂ ਜਲ ਸੈਨਾ ਦਾ ਅਧਿਕਸ਼ ਕੌਣ ਬਣਦਾ ਹੈ? ਨਿਆਰਕਸ। ਤਾਂ ਨਿਆਰਕਸ ਆਪਣੀ ਜਲ ਸੈਨਾ ਨੂੰ ਆਰਡਰ ਦਿੰਦਾ ਹੈ ਕਿ ਚਲੋ ਵੀ ਹੁਣ ਵਾਪਿਸ ਚੱਲੀਏ। ਤਾਂ ਜਲ ਸੈਨਾ ਕੀ ਹੋ ਜਾਂਦੀ ਹੈ? ਵਾਪਿਸ ਜਾਣਾ ਸ਼ੁਰੂ ਕਰ ਲੈਂਦੀ ਹੈ। ਤੇ ਥਲ ਸੈਨਾ ਦਾ ਅਧਿਕਸ਼ ਇੱਕ ਤਾਂ ਹੈ ਖੁਦ ਕਰਦਾ ਹੈ ਸਿਕੰਦਰ, ਪਲੱਸ ਇਹਦੇ ਨਾਲ ਸੈਲਿਊਕਸ, ਠੀਕ ਹੈ, ਸੈਲਿਊਕਸ ਨਿਕੇਟਸ। ਠੀਕ ਹੈ, ਤਾਂ ਸੈਲਿਊਕਸ ਨਿਕੇਟਸ ਇਹ ਦੋਨੋਂ ਕੀ ਨੇ? ਥਲ ਸੈਨਾ ਦਾ ਅਧਿਕਸ਼ ਬਣਦੇ ਨੇ। ਠੀਕ ਹੈ, ਪਰ ਜਦੋਂ ਇਹ ਸਿਕੰਦਰ ਵਾਪਿਸ ਜਾਣ ਦਾ ਆਰਡਰ ਦਿੰਦਾ ਹੈ, ਇਹ ਤਾਂ ਜਿਹੜਾ ਇਹ ਵਾਪਿਸ ਜਾਣ ਲਈ ਮੰਨ ਜਾਂਦਾ ਹੈ, ਪਰ ਜਿਹੜਾ ਸੈਲੂਕਸ ਨਿਕੇਟਸ ਹੈ ਉਹ ਸਿਕੰਦਰ ਨੂੰ ਕਹਿੰਦਾ ਕਿ ਉਸ ਸਾਈਡ ਕੋਈ ਮਹਾਮਾਰੀ ਨਹੀਂ ਫੈਲੀ ਹੋਈ ਤੇ ਸਾਨੂੰ ਸਿਰਫ ਕੀ ਹੈ, ਵਾਪਿਸ ਭੇਜਣ ਦਾ ਇੱਕ ਕਾਰਨ ਬਣਾ ਕੇ ਦੱਸਿਆ ਗਿਆ ਹੈ ਕਿ ਸਾਨੂੰ ਇਸ ਦੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ। ਯਾਨੀ ਕਿ ਸੈਲੂਕਸ ਨਿਕੇਟਸ ਜਿਹੜਾ ਸੀਗਾ ਉਹ ਨਾ ਮੰਨਿਆ। ਠੀਕ ਹੈ, ਤਾਂ ਜਦੋਂ ਉਹ ਨਾ ਮੰਨਿਆ ਮਤਲਬ ਉਹਦੇ ਮਨ ਦੇ ਵਿੱਚ ਡਾਊਟ ਸੀ ਕਿ ਉਸ ਪਾਰ ਕੁਝ ਵੀ ਐਸਾ ਨਹੀਂ ਹੈ, ਸਾਨੂੰ ਜਾਣਾ ਚਾਹੀਦਾ। ਪਰ ਹੁਣ ਰਾਜਾ ਸਾਹਿਬ ਨੇ ਜਦੋਂ ਹੁਕਮ ਦੇਤਾ ਤਾਂ ਕੀ ਹੈ, ਜਾਣਾ ਤਾਂ ਪਊਗਾ ਹੀ। ਫਿਰ ਸਿਕੰਦਰ ਇਹਨੂੰ ਕੀ ਹੈ, ਅਫਗਾਨਿਸਤਾਨ ਦਾ ਕੀ ਹੈ, ਹੈਡ ਬਣਾ ਦਿੰਦਾ ਹੈ ਸੈਲੂਕਸ ਨਿਕੇਟਸ ਨੂੰ ਤੇ ਆਰਡਰ ਦਿੰਦਾ ਹੈ ਕਿ ਸੈਨਾ ਨੂੰ ਵਾਪਿਸ ਲਿਆ ਜਾਵੇ। ਠੀਕ ਹੈ, ਤਾਂ ਫਿਰ ਇਹ ਸਾਰੇ ਜਣੇ ਕੀ ਹੈ, ਮਿਲ ਕੇ ਵਾਪਿਸ ਆ ਜਾਂਦੇ ਨੇ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਜਿਹੜਾ ਕੌਟਲਿਆ ਚਾਣਕਿਆ ਹੈ ਉਹ ਚੰਦਰਗੁਪਤ ਮੌਰਿਆ ਦੀ ਹੈਲਪ ਨਾਲ ਕੀ ਹੈ, ਸਿਕੰਦਰ ਦੀਆਂ ਫੌਜਾਂ ਨੂੰ ਵਾਪਿਸ ਭੇਜ ਦਿੰਦਾ ਹੈ। ਕਿਹੜੀ ਨਦੀ ਤੋਂ? ਬਿਆਸ ਨਦੀ ਤੋਂ ਵਾਪਿਸ ਭੇਜ ਦਿੰਦਾ ਹੈ। ਤਾਂ ਪੇਪਰ ਦੇ ਵਿੱਚ ਸਵਾਲ ਆਉਂਦਾ ਹੈ ਕਿ ਸਿਕੰਦਰ ਦੀਆਂ ਫੌਜਾਂ ਕਿਸ ਨਦੀ ਨੂੰ ਪਾਰ ਨਾ ਕਰ ਪਾਈਆਂ? ਕਿਸ ਨਦੀ ਨੂੰ ਪਾਰ ਨਾ ਕਰ ਪਾਈਆਂ? ਬਿਆਸ ਨਦੀ ਨੂੰ। ਠੀਕ ਹੈ, ਤੇ ਯਾਦ ਰੱਖਣਾ ਹੈ। ਤਾਂ ਇਸ ਤਰੀਕੇ ਨਾਲ ਜਿਹੜੀ ਪੂਰੀ ਦੁਨੀਆ ਜਿੱਤ ਲੈਣ ਵਾਲਾ ਸੀ ਉਹ ਵੀ ਭਾਰਤ ਦੇ ਉੱਪਰ ਕਬਜ਼ਾ ਨਾ ਕਰ ਪਾਇਆ। ਠੀਕ ਹੈ, ਬਿਆਸ ਨਦੀ ਨੂੰ ਪਾਰ ਨਾ ਕਰ ਪਾਇਆ। ਕਿਹਦਾ ਸਾਹਮਣਾ ਕਰਨਾ ਪਿਆ ਇਹਨੂੰ? ਚੰਦਰਗੁਪਤ ਮੌर्य। ਠੀਕ ਹੈ, ਚੰद्रगुप्त ਦੇ ਨਾਲ ਮੌर्य ਜ਼ਰੂਰ ਲਗਾਣਾ ਹੈ ਕਿਉਂਕਿ ਅੱਗੇ ਵੀ ਕੀ ਹੈ, ਚੰद्रगुप्त ਆਊਗਾ। ਚੰद्रगुप्त 1, चंद्रगुप्त 2। ठीक है, ਤਾਂ चंद्रगुप्त ਜੇ ਮੌर्य ਨਾ ਲਗਾਇਆ ਤਾਂ चंद्रगुप्त 1 ਬਣ ਜਾਏਗਾ। ਇਸ ਕਰਕੇ चंद्रगुप्त मौर्य ਲਗਾਣਾ ਹੈ। ਪਲੱਸ ਕਿਹਦੇ ਨਾਲ ਮਿਲ ਕੇ ਨੇ? ਕੌਟਲਿਆ ਦੇ ਨਾਲ। ਠੀਕ ਹੈ, ਕੌਟਲਿਆ ਨੂੰ ਹੋਰ ਕੀ ਕਿਹਾ ਗਿਆ ਹੈ? ਚਾਣक्य और विष्णुगुप्त, ਸਾਰੇ ਇਸੇ ਦੇ ਹੀ ਨਾਮ ਨੇ। ਠੀਕ ਹੈ ਜੀ, ਪਤਾ ਲੱਗ ਗਿਆ? ਠੀਕ ਹੈ, ਤਾਂ ਇਸ ਤਰੀਕੇ ਨਾਲ ਇਹ ਇੱਕ ਜਿੱਤ ਤਾਂ ਪ੍ਰਾਪਤ ਕਰ ਲੈਂਦੇ ਨੇ। ਅਲੈਗਜ਼ੈਂਡਰ ਦੀਆਂ ਫੋਰਸਿਸ ਨੂੰ ਹੁਣ ਇਹ ਕੀ ਹੈ, ਵਾਪਿਸ ਭੇਜ ਦਿੰਦੇ ਨੇ। ਹੁਣ ਬਚ ਗਿਆ ਕੌਣ? ਧਨਾਨੰਦ। ਹੁਣ ਆਉਂਦਾ ਚਾਣक्य ਦਾ ਆਪਣੀ ਬੇਇੱਜ਼ਤੀ ਲੈਣ ਦਾ ਬਦਲਾ। ਤਾਂ ਹੁਣ ਉਹ ਚੰद्रगुप्त ਦੇ ਨਾਲ ਮਿਲ ਕੇ ਕੀ ਕਰਦਾ ਹੈ, ਧਨਾਨੰਦ ਦਾ ਵੀ ਖਾਤਮਾ ਕਰ ਦਿੰਦੇ ਨੇ। ਕਿਸ ਤਰੀਕੇ ਨਾਲ? चंद्रगुप्त ਦੀ ਜਿਹੜਾ ਇਹ चंद्रगुप्त मौर्य ਇਹਦੀ ਸੈਟਿੰਗ ਧਨਾਨੰਦ ਦੀ ਬੇਟੀ ਦੁਰਧਰਾ ਦੇ ਨਾਲ ਹੋ ਜਾਂਦੀ ਹੈ। ਹੁਣ ਜਦੋਂ ਕਿਸੇ ਦੀ ਕੁੜੀ ਫਸਾ ਲਈ ਤਾਂ ਫਿਰ ਬਾਪੂ ਦਾ ਕੀ ਜ਼ੋਰ ਹੈ ਨਾ। ਤਾਂ ਫਿਰ ਉਹ ਦੁਰਧਰਾ ਦੇ ਨਾਲ ਮਿਲ ਕੇ ਕੀ ਹੈ, ਆਪਣੇ ਸਸੁਰ ਨੂੰ ਮਾਰ ਦਿੰਦਾ ਹੈ, ਆਪਣੇ
ਜਿਹੜਾ ਮਗਧ ਦਾ ਰਾਜਾ ਹੈ ਧਨਾਨੰਦ ਉਹਦੀ ਹੱਤਿਆ ਕਰ ਦਿੰਦਾ ਹੈ। ਦੇਖਿਆ ਕੁੜੀ ਵੀ ਉਹਦਾ ਕੀ ਹੈ ਸਾਥ ਦਿੰਦੀ ਹੈ। ਐਵੇਂ ਕੁੜੀਆਂ ਬਦਨਾਮ ਕਰ ਦਿੰਦੇ ਨੇ, ਕੁੜੀਆਂ ਸਾਥ ਨਹੀਂ ਦਿੰਦੀਆਂ। ਬੰਦਾ ਸਾਥ ਦੇਣ ਵਾਲਾ ਹੋਵੇ ਤਾਂ ਇਤਿਹਾਸ ਗਵਾਏ ਕਿ ਕੁੜੀਆਂ ਨੇ ਆਦਮੀ ਦੇ ਪਿੱਛੇ ਲੱਗ ਕੇ ਆਪਣੇ ਮਾਂ-ਬਾਪ ਦਾ ਵੀ ਨੰਬਰ ਦੂਸਰਾ ਹੀ ਕੀਤਾ ਹੈ, ਪਹਿਲਾਂ ਆਦਮੀ ਨੂੰ ਰੱਖਿਆ। ਕੀ ਆਦਮੀ ਕਰ ਸਕਦਾ ਇਹ ਕੰਮ? 2 ਦਿਨ ਕਹਿ ਕੇ ਦੇਖ ਲਓ ਆਪਣੀ ਮਾਂ ਤੋਂ ਪਰੇ ਰਹਿਣਾ, ਨਾ ਚੂਤ ਖੜਕ ਜਾਵੇ, ਹੈ ਨਾ। ਚਲੋ ਠੀਕ ਹੈ, ਤਾਂ ਸਮਝ ਲੱਗ ਗਈ। ਤਾਂ ਹੁਣ ਉਹ ਕੀ ਕਰਦੇ, ਧਨਾਨੰਦ ਦੀ ਜਿਹੜੀ ਪੁੱਤਰੀ ਹੈ, ਕੌਣ ਹੈ ਉਹਦੀ ਬੇਟੀ, ਦੁਰਧਰਾ। ਦੁਰਧਰਾ ਦੀ ਆਪਣੇ ਨਾਲ ਸੈਟਿੰਗ ਹੋ ਜਾਂਦੀ ਹੈ, ਫਿਰ ਉਹਦੇ ਨਾਲ ਮਿਲ ਕੇ ਦੁਰਧਰਾ ਚੰद्रगुप्त मौर्य ਤੇ ਕਟਲਿਆ ਧਨਾਨੰਦ ਨੂੰ ਮਾਰ ਦਿੰਦੇ ਨੇ। ਠੀਕ ਹੈ, ਪਰ ਦੁਰਧਰਾ ਵੀ ਜਿਹੜੀ ਸੀ ਉਹ ਵੀ ਇੱਕ ਪਾਸੇ ਸਹੀ ਸੀ। ਹੁਣ ਉਹਦਾ ਜਿਹੜਾ ਪਿਤਾ ਸੀ ਉਹ ਸ਼ਰਾਬੀ ਸੀ। ਕੋਈ ਵੀ ਲੜਕੀ ਨਹੀਂ ਚਾਹੁੰਦੀ ਕਿ ਉਹਦਾ ਜਿਹੜਾ ਬਾਪ ਹੈ, ਉਹਦਾ ਪਿਤਾ ਹੈ, ਉਹ ਕੀ ਹੋਵੇ, ਇੱਕ ਸ਼ਰਾਬੀ ਇਨਸਾਨ ਹੋਵੇ, ਇੱਕ ਐਸਾ ਇਨਸਾਨ ਹੋਵੇ ਜਿਹਨੂੰ ਲੋਕ ਕੀ ਹੈ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਹੋਣ। ਤਾਂ ਇਸ ਕਰਕੇ ਦੁਰਧਰਾ ਨੇ चंद्रगुप्त मौर्य ਦੇ ਨਾਲ ਮਿਲ ਕੇ ਆਪਣੇ ਪਿਤਾ ਧਨਾਨੰਦ ਦੀ ਹੱਤਿਆ ਕਰ ਦਿੱਤੀ ਤੇ ਧਨਾਨੰਦ ਦੀ ਹੱਤਿਆ ਕਰਨ ਦੇ ਨਾਲ ਹੀ ਨੰਦ ਵੰਸ਼ ਦਾ ਅੰਤ ਹੋ ਗਿਆ ਤੇ ਕਿਸ ਵੰਸ਼ ਦਾ ਸਟਾਰਟਿੰਗ ਹੋ ਗਈ, ਸਾਡੇ ਕੋਲ ਮੌर्य ਵੰਸ਼ ਦੀ। ਠੀਕ ਹੈ, ਤਾਂ ਹੁਣ ਅੱਗੇ ਆਪਾਂ ਕਿਹਦੇ ਬਾਰੇ ਪੜਾਂਗੇ, ਮੌर्य ਵੰਸ਼ ਦੇ ਬਾਰੇ ਚ। ਹੁਣ ਮੌर्य ਵੰਸ਼ ਦਾ ਸੰਸਥਾਪਕ ਕੌਣ ਹੋ ਗਿਆ, चंद्रगुप्त मौर्य, ਤੇ ਉਹਦਾ ਸੈਨਾਪਤੀ ਕੌਣ ਬਣੂਗਾ, ਚਾਣक्य। ਠੀਕ ਹੈ, ਤਾਂ ਹੁਣ ਇਹ ਸਮਝ ਲੱਗ ਗਿਆ। ਤਾਂ ਇਸ ਤਰੀਕੇ ਨਾਲ ਨੰਦ ਵੰਸ਼ ਦਾ ਅੰਤ ਹੋਇਆ ਤੇ ਮੌर्य ਵੰਸ਼ ਦਾ ਉਦਾਨ ਹੋ ਗਿਆ। ਠੀਕ ਹੈ, ਤਾਂ ਪਤਾ ਲੱਗ ਗਿਆ ਕਿਸ ਤਰੀਕੇ ਨਾਲ ਨੰਦ ਵੰਸ਼ ਗਿਰਿਆ ਤੇ ਕਿਸ ਤਰੀਕੇ ਨਾਲ ਮੌर्य ਵੰਸ਼ ਉੱਠਿਆ। ਦੇਖ ਲਿਆ ਨਾ, ਹਰ ਘਮੰਡੀ ਇਨਸਾਨ ਦਾ ਅੰਤ ਕਰਦੇ ਹੀ ਕਰ ਦਿੰਦੇ ਨੇ, ਬਾਹਰ ਤਾਂ ਜਾਣ ਦੀ ਲੋੜ ਹੀ ਨਹੀਂ ਪੈਂਦੀ। ਠੀਕ ਹੈ ਜੀ, ਕਲੀਅਰ ਹੈ। ਚਲੋ ਹੁਣ ਇਹ ਜਿਹੜਾ ਚਾਣक्य ਹੈ, ਚਾਣक्य ਦੇ ਬਾਰੇ ਚ ਵੀ 1-2 ਗੱਲਾਂ ਆਪਾਂ ਦੇਖ ਲੈਂਦੇ ਹਾਂ। ਠੀਕ ਹੈ, ਕਿਹੜੀਆਂ, ਕੌਟਲਿਆ। ਕੌਟਲਿਆ ਦੇ ਜਿਹੜੇ ਨਾਮ ਸੀਗੇ, ਕਿਹੜੇ ਕਿਹੜੇ ਨਾਮ ਨੇ, ਕੌਟਲਿਆ ਨੂੰ ਵਿਸ਼ਨੂਗੁਪਤ ਵੀ ਕਿਹਾ ਜਾਂਦਾ ਹੈ, ਵਿਸ਼ਨੂਗੁਪਤ, ਤੇ ਹੋਰ ਇਹਨੂੰ ਕੀ ਹੈ, ਚਾਣक्य ਵੀ ਕਿਹਾ ਜਾਂਦਾ ਹੈ। ਠੀਕ ਹੈ, ਇਹ ਜਿਹੜਾ ਇਹਦਾ ਪੇਸ਼ਾ ਸੀ, ਕੰਮ ਕੀ ਸੀਗਾ, ਇਹ ਅਧਿਆਪਕ ਸੀਗਾ। ਅਧਿਆਪਕ ਸੀ, ਕਿੱਥੇ ਸੀਗਾ, ਤਕਸ਼ਿਲਾ ਯੂਨੀਵਰਸਿਟੀ ਚ, ਤਕਸ਼ਿਲਾ ਵਿਸ਼ਵ ਵਿਦਿਆਲਿਆ, ਵਿਸ਼ਵ ਵਿਦਿਆਲਿਆ। ਠੀਕ ਹੈ, ਤਕਸ਼ਿਲਾ ਯੂਨੀਵਰਸਿਟੀ ਦੇ ਵਿੱਚ ਇਹ ਅਧਿਆਪਕ ਲੱਗਿਆ ਹੋਇਆ ਸੀ। ਹੁਣ ਕੌਟਲਿਆ ਦੇ ਬਾਰੇ ਚ ਇੱਕ ਇੰਪੋਰਟੈਂਟ ਗੱਲ ਹੈ, ਇਹਦੀ ਕਿਤਾਬ ਹੈ ਉਹ ਨਹੀਂ ਭੁੱਲਣੀ ਹੈਗੀ। ਠੀਕ ਹੈ, ਇਹਦੀ ਜਿਹੜੀ ਕਿਤਾਬ ਹੈ ਉਹ ਕਿਹੜੀ ਹੈ, ਅਰਥ ਸ਼ਾਸਤਰ। ਅਰਥ ਸ਼ਾਸਤਰ ਇਹਦੀ ਕਿਤਾਬ ਹੈ, ਕਿਹਦੀ, ਚਾਣक्य ਦੀ। ਠੀਕ ਹੈ, ਇਹ ਕਿਹਦੇ ਨਾਲ ਸੰਬੰਧਿਤ ਹੈ, ਇਹ ਰਾਜਨੀਤੀ ਦੇ ਨਾਲ ਸੰਬੰਧਿਤ ਹੈ। ਠੀਕ ਹੈ, ਅਰਥ ਸ਼ਾਸਤਰ ਦੇਖਣ ਨੂੰ ਇਕੋਨਮੀ ਉਹ ਲੱਗਦੀ ਹੈ, ਪਰ ਇਹ ਇਕੋਨਮੀ ਨਹੀਂ ਹੈਗੀ, ਕਿਹਦੇ ਨਾਲ ਰਿਲੇਟਿਡ ਹੈ, ਰਾਜਨੀਤੀ ਦੇ ਨਾਲ ਰਿਲੇਟਿਡ ਹੈ। ਤਾਂ ਮੌर्य ਵੰਸ਼ ਦਾ ਜਿਹੜਾ ਗਿਰਿਆ ਤੇ ਮੌर्य ਵੰਸ਼ ਉਠਿਆ ਤੇ ਨੰਦ ਵੰਸ਼ ਗਿਰਿਆ, ਇਹਦੀ ਜਾਣਕਾਰੀ ਵੀ ਸਾਨੂੰ ਕਿੱਥੇ ਮਿਲਦੀ ਹੈ, ਕੌਟਲਿਆ ਦੀ ਕਿਤਾਬ ਅਰਥ ਸ਼ਾਸਤਰ ਦੇ ਵਿੱਚ ਮਿਲਦੀ ਹੈ। ਇਹ ਰਾਜਨੀਤੀ ਦੀ ਕਿਤਾਬ ਹੈ, ਯਾਦ ਰੱਖਣਾ, ਇਕੋਨਮੀ ਦੀ ਕਿਤਾਬ ਨਹੀਂ ਹੈ। ਠੀਕ ਹੈ, ਇਸ ਕਿਤਾਬ ਦੇ ਵਿੱਚ ਉਹਨੇ ਦੱਸਿਆ ਇਹ ਸਾਰੇ ਉਹ ਗੁਣ ਦੱਸੇ ਨੇ ਕਿ ਇੱਕ ਰਾਜਾ ਬਣਨ ਲਈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ। ਤੇ ਸਾਰੀ ਚਰਚਾ ਉਹਨੇ ਆਪਣੀ ਇਸ ਕਿਤਾਬ ਅਰਥ ਸ਼ਾਸਤਰ ਦੇ ਵਿੱਚ ਕੀਤੀ ਹੋਈ ਹੈ। ਤੇ ਪੇਪਰ ਦੇ ਵਿੱਚ ਸਿੱਧਾ 1 ਨੰਬਰ ਦਾ ਸਵਾਲ ਵੀ ਆਇਆ ਹੋਇਆ ਇਹਦੇ ਉੱਪਰ ਕਿ ਕੌਟਲਿਆ ਦੀ ਰਾਜਨੀਤਿਕ ਕਿਤਾਬ ਕਿਹੜੀ ਹੈ, ਕਿਹੜੀ ਹੈ ਉਹ, ਅਰਥ ਸ਼ਾਸਤਰ। ਕਲੀਅਰ ਹੈ ਜੀ, ਤਾਂ ਇਹ ਕੌਟਲਿਆ ਦੇ ਬਾਰੇ ਚ ਸੀ। ਹੁਣ ਅੱਗੇ ਆਪਾਂ ਜਾਵਾਂਗੇ ਮੌर्य ਵੰਸ਼ ਦੇ ਬਾਰੇ ਚ। ਮੌर्य ਵੰਸ਼ ਦਾ ਸੰਸਥਾਪਕ चंद्रगुप्त मौर्य। ਤਾਂ ਹੁਣ ਆਪਾਂ ਅੱਗੇ ਕਿਹਨੂੰ ਪੜਾਂਗੇ, ਮੌर्य ਵੰਸ਼ ਨੂੰ। ਚਲੋ ਜੀ, ਕਲੀਅਰ।